ਇਹ ਬੰਦੇ ਅਲੱਗ-ਅਲੱਗ ਥਾਵਾਂ ਤੇ ਰਹਿ ਰਹੇ ਸੀ ਜੀ। ਚੰਡੀਗੜ੍ਹ ਦੇ ਵਿੱਚ ਵੀ ਰਹਿ ਰਹੇ ਸੀ, ਕੋਈ ਬਰਵਾਲੇ ਇੱਕ ਜਗ੍ਹਾ ਉੱਥੇ ਰਹਿ ਰਹੇ ਸੀ, ਖਰੜ ਵੀ ਰਹਿ ਰਹੇ ਸੀ। ਇਹਦੇ ਵਿੱਚ ਇੱਕ ਹੋਰ ਐਂਗਲ ਜਿਹੜਾ ਸਿੱਧੂ ਮੂਸੇਵਾਲੇ ਨਾਲ ਜੁੜਿਆ ਹੋਇਆ ਉਹ ਨਿਕਲ ਕੇ ਸਾਹਮਣੇ ਆਇਆ ਹੈ। ਤਾਂ ਕੀ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਮਨਕੀਰਤ ਔਲਖ ਤੇ ਬੱਬੂ ਮਾਨ ਵੀ ਸੀ? J&K ਦੇ ਵਿੱਚ ਕੋਈ ਬੰਦਾ ਹੈਗਾ ਤਾਂ ਦੱਸੋ, ਅਸੀਂ ਕੋਈ ਵੈਪਨ ਉੱਥੋਂ ਚੁਕਵਾਣੇ। ਜਦੋਂ ਇਹਨਾਂ ਨੇ ਪੁੱਛਿਆ ਵੀ ਕੀ ਕਰਨੇ ਆ, ਇਹਨਾਂ ਨੇ ਕਿਹਾ ਸੀ ਵੀ ਅਸੀਂ ਉਹ ਵੈਪਨ ਜਿਹੜੇ ਆ ਉਹ ਬੱਬੂ ਮਾਨ ਔਰ ਮਨਕੀਰਤ ਔਲਖ ਤੇ ਹਮਲਾ ਕਰਨ ਵਾਸਤੇ ਵਰਤਨੇ। ਵੀ ਕੋਈ ਚੀਜ਼ ਸਾਹਮਣੇ ਆਈ ਹੈ ਕਿ ਰੇਕੀ ਵੀ ਕੀਤੀ ਜਾਣੀ ਸੀ? 3 ਦਿਨ ਪਹਿਲਾਂ ਇਹਨਾਂ ਕੋਲ ਆ ਗਏ ਸੀ, ਉਹਦਾ ਰੱਖ ਰਖਾਓ ਕੀਤਾ, ਉਹਨਾਂ ਨੂੰ ਰੋਟੀ ਵਗੈਰਾ ਪ੍ਰੋਵਾਈਡ ਕਰਦੇ ਰਹੇ, ਉਹਨਾਂ ਨੂੰ ਸੇਫ ਰੂਟ ਦੱਸਿਆ ਕਿੱਥੋਂ ਨਿਕਲਣਾ ਹੈ, ਉਹਨਾਂ ਨੂੰ ਰੈਕੀ ਕਰਾਈ ਪੂਰੀ ਵੀ ਕਿੱਧਰੋਂ ਆਉਂਦਾ, ਕਿੱਥੇ ਜਾਂਦਾ, ਕੀ ਕਰਦਾ, ਕਿੰਨੇ ਵਜੇ ਉੱਠਦਾ, ਕਿੰਨੇ ਵਜੇ ਉਹਦਾ ਘਰ ਕਿੱਥੇ ਹੈ। ਇਹ ਸਾਰੀ ਚੀਜ਼ ਇਹਨਾਂ ਨੇ ਹੀ ਕਰਾਈ ਸੀ। ਇਹਨਾਂ ਕੋਲ ਇੱਕ ਸਕੋਡਾ ਗੱਡੀ, 4 ਇਲੀਗਲ ਵੈਪਨ ਤੇ ਗੋਲੀਆਂ ਬਰਾਮਦ ਹੋਈਆਂ। ਚੰਡੀਗੜ੍ਹ ਆਪਰੇਸ਼ਨ ਸੈੱਲ ਨੂੰ ਅੱਜ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਬੰਬੀਹਾ ਗੈਂਗ ਦੇ 4 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਸ ਤਰੀਕੇ ਦਾ ਉਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦਾ ਪਲਾਨ ਸੀ, ਕੀ ਕੁਝ ਉਹਨਾਂ ਦੇ ਵੱਲੋਂ ਚੀਜ਼ਾਂ ਅੱਗੇ ਉਲੀਕੀਆਂ ਜਾਣੀਆਂ ਸੀ, ਉਸ ਦੇ ਉੱਤੇ ਗੱਲਬਾਤ ਦੇ ਲਈ ਸਾਡੇ ਨਾਲ ਆਪਰੇਸ਼ਨ ਸੈੱਲ ਨੂੰ ਲੀਡ ਕਰ ਰਹੇ ਅਮਨਜੋਤ ਜੀ ਮੌਜੂਦ ਨੇ। ਅਮਨਜੋਤ ਜੀ, ਇੱਕ ਵੱਡੀ ਕਾਮਯਾਬੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਜਿਹੜੇ ਇਹ 4 ਮੁਲਜ਼ਮ ਫੜੇ ਗਏ ਨੇ? ਨਹੀਂ, ਵੱਡੀ ਛੋਟੀ ਤਾਂ ਦੇਖੋ ਅਲੱਗ ਚੀਜ਼ ਹੈ, ਬਟ ਇਹ ਇੱਕ ਬਹੁਤ ਵੱਡੀ ਚੀਜ਼ ਇਸ ਕਰਕੇ ਮੰਨੀ ਜਾ ਸਕਦੀ ਹੈ ਵੀ ਅਸੀਂ ਕਿਸੇ ਦੀ ਜਾਨ ਬਚਾ ਲਈ ਹੈ। ਕਿਉਂਕਿ ਇਹ ਜਿਹੜੇ 4 ਬੰਦੇ ਸੀਗੇ, ਇਹਨਾਂ ਨੇ ਜਿਹੜੇ ਵੈਪਨ ਆਪਣੇ ਕੋਲ ਰੱਖੇ ਹੋਏ ਸੀ, ਇਹ ਆਖਿਰਕਾਰ ਕਿਤੇ ਨਾ ਕਿਤੇ ਜ਼ਰੂਰ ਵਰਤੇ ਜਾਣੇ ਸੀ, ਚਾਹੇ ਆਪਣੀ ਜਾਨ ਮਾਲ ਦੀ ਸੁਰੱਖਿਆ ਕਰਦੇ ਹੋਏ ਕਿਸੇ ਹੋਰ 'ਤੇ ਵਰਤੇ ਜਾਂਦੇ। ਔਰ ਜਿਸ ਤਰੀਕੇ ਨਾਲ ਤੁਸੀਂ ਇਹ ਗ੍ਰਿਫਤਾਰੀ ਕੀਤੀ ਹੈ, ਇਹ ਤੁਹਾਡੇ ਕੋਲ ਇਨਫੋਰਮੇਸ਼ਨ ਕਿਵੇਂ, ਕਿਉਂਕਿ ਤੁਹਾਡਾ ਇਹ ਹਾਲਾਂਕਿ ਇਨਵੈਸਟੀਗੇਸ਼ਨ ਦਾ ਮੈਟਰ ਹੈ, ਪਰ ਕਿਵੇਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਿੱਥੇ ਇਹ ਰਹਿ ਰਹੇ ਸੀਗੇ ਔਰ ਕਿਵੇਂ ਤੁਹਾਡੀ ਇਹ ਪਕੜ ਦੇ ਵਿੱਚ ਆਉਂਦੇ? ਇਹ ਬੰਦੇ ਅਲੱਗ-ਅਲੱਗ ਥਾਵਾਂ ਤੇ ਰਹਿ ਰਹੇ ਸੀ ਜੀ। ਚੰਡੀਗੜ੍ਹ ਦੇ ਵਿੱਚ ਵੀ ਰਹਿ ਰਹੇ ਸੀ, ਕੋਈ ਬਰਵਾਲੇ ਇੱਕ ਜਗ੍ਹਾ ਉੱਥੇ ਰਹਿ ਰਹੇ ਸੀ, ਖਰੜ ਵੀ ਰਹਿ ਰਹੇ ਸੀ। ਲੇਕਿਨ ਇਹ ਸਾਡੇ ਕੋਲ ਇੱਕ ਇਨਫੋਰਮੇਸ਼ਨ ਸੀਗੀ ਐਂਡ ਔਨ ਅ ਸਪੈਸੀਫਿਕ ਇਨਪੁਟ ਇਨਫੋਰਮੇਸ਼ਨ 'ਤੇ ਅਸੀਂ ਇਹ ਜਿਹੜਾ ਆਪਰੇਸ਼ਨ ਚਲਾਇਆ ਸੀਗਾ। ਔਰ ਉਸ ਆਪਰੇਸ਼ਨ ਦੇ ਦੌਰਾਨ 2 ਦਿਨਾਂ ਦੇ ਵਿੱਚ 12 ਤਰੀਕ ਨੂੰ ਪਹਿਲੀ ਗ੍ਰਿਫਤਾਰੀ ਹੋਈ ਔਰ 13 ਤਰੀਕ ਨੂੰ ਬਾਕੀ ਦੇ ਰਹਿੰਦੇ 3 ਬੰਦੇ ਅਸੀਂ ਗ੍ਰਿਫਤਾਰ ਕਰ ਲਏ ਸੀ ਔਰ ਉਹਨਾਂ ਤੋਂ 4 ਇਲੀਗਲ ਵੈਪਨ ਅਸੀਂ ਰਿਕਵਰ ਕਰ ਲਏ ਸੀਗੇ। ਔਰ ਕਿੰਨੇ ਟਾਈਮ ਤੋਂ ਇਹ ਲੱਕੀ ਪਟਿਆਲ ਗਰੁੱਪ ਦੇ ਨਾਲ ਜੁੜੇ ਹੋਏ ਸੀਗੇ? ਇਹਨਾਂ ਦੀ ਐਸੋਸੀਏਸ਼ਨ ਕਿੰਨੀ ਕੁ ਪੁਰਾਣੀ ਹੈਗੀ ਹੈ? ਕੀ ਕੁਝ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ? ਜਾਣਦੇ ਇਹ ਪ੍ਰਿੰਸ ਨੂੰ ਕੋਈ ਪਿਛਲੇ 7 ਸਾਲ ਤੋਂ ਜਾਣਦਾ, ਕੋਈ ਪਿਛਲੇ 4 ਸਾਲ ਤੋਂ ਜਾਣਦਾ, ਕੋਈ ਪਿਛਲੇ 5 ਸਾਲ ਤੋਂ ਜਾਣਦਾ। ਬਟ ਜੇ ਮੋਟੀ ਗੱਲ ਕੀਤੀ ਜਾਏ ਤਾਂ ਮਾਰਚ 2022 ਤੋਂ ਤਾਂ ਇਹ ਚੰਗੀ ਤਰ੍ਹਾਂ ਜਾਣਦੇ ਹੀ ਹੈ ਔਰ ਇਹ ਵੀ ਇਹਨਾਂ ਨੂੰ ਪਤਾ ਹੈ ਕਿ ਪ੍ਰਿੰਸ ਔਰ ਲੱਕੀ ਮਿਲ ਕੇ ਇੱਕ ਗੈਂਗ ਚਲਾ ਰਹੇ ਹੈ। ਔਰ ਇਸ ਬਾਰ ਕੇ ਮੈਂ ਇੱਕ ਗੱਲ ਪੁਖਤਾ ਤਰੀਕੇ ਨਾਲ ਕਿਉਂ ਕਹਿ ਸਕਦਾ, ਕਿਉਂਕਿ ਸੁਰਜੀਤ ਬਾਉਂਸਰ ਦਾ ਮਰਡਰ ਮਾਰਚ 'ਚ ਹੋਇਆ ਸੀ 2020 ਮਾਰਚ ਤੋਂ ਜੇ ਕੋਈ ਮਰਡਰ ਹੋਇਆ ਹੈ ਔਰ ਉਹਦੇ ਵਿੱਚ ਜਿਹੜੀ ਰੈਕੀ ਕਰਾਈ ਗਈ ਸੀ ਔਰ ਜਿਹੜੀ ਲੌਜਿਸਟਿਕ ਸਪੋਰਟ ਦਿੱਤੀ ਗਈ ਸੀ, ਉਹ ਇਹਦੇ 'ਚ ਗ੍ਰਿਫਤਾਰਸ਼ੁਦਾ ਮੁਲਜ਼ਮ ਜਿਹੜਾ ਹੈ ਕਮਲਦੀਪ ਸਿੰਘ ਕਿੰਮੀ ਵੱਲੋਂ ਦਿੱਤੀ ਗਈ ਸੀ। ਤੇ ਇਹਨਾਂ ਦਾ ਕੰਮ ਕੀ ਸੀਗਾ ਪ੍ਰੋਫੈਸ਼ਨ ਦੇ ਵਜੋਂ? ਕੀ ਇਹ ਕੋਈ ਜੌਬ ਕਰ ਰਹੇ ਸੀ ਜਾਂ ਕਿ ਇਹਨਾਂ ਦਾ ਇਹੀ ਕੰਮ ਰਹਿੰਦਾ ਹੈ ਕਿ ਕਿਸੇ ਤੋਂ ਰੰਗਦਾਰੀ ਮੰਗ ਲਈ, ਕਿਸੇ ਤੋਂ ਫਰੋਤੀ ਮੰਗ ਲਈ, ਐਕਸਟੋਰਸ਼ਨ ਕਾਲਸ ਕਰ ਲਈਆਂ, ਕਿ ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀ? ਇਹ ਬਿਲਕੁਲ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਸੀ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੱਦਾਂ ਪਹਿਲਾਂ ਸੁਰਜੀਤ ਬਾਉਂਸਰ ਦਾ ਮਰਡਰ ਹੋਇਆ, ਉਹਦੇ ਵਿੱਚ ਇਹਨਾਂ ਨੇ ਜਿਹੜੇ ਬੰਦੇ ਸੀ 3 ਦਿਨ ਪਹਿਲਾਂ ਇਹਨਾਂ ਕੋਲ ਆ ਗਏ ਸੀ, ਉਹਦਾ ਰੱਖ ਰਖਾਓ ਕੀਤਾ, ਉਹਨਾਂ ਨੂੰ ਰੋਟੀ ਵਗੈਰਾ ਪ੍ਰੋਵਾਈਡ ਕਰਦੇ ਰਹੇ, ਉਹਨਾਂ ਨੂੰ ਸੇਫ ਰੂਟ ਦੱਸਿਆ ਕਿੱਥੋਂ ਨਿਕਲਣਾ ਹੈ, ਉਹਨਾਂ ਨੂੰ ਰੈਕੀ ਕਰਾਈ ਪੂਰੀ ਵੀ ਕਿੱਧਰੋਂ ਆਉਂਦਾ, ਕਿੱਥੇ ਜਾਂਦਾ, ਕੀ ਕਰਦਾ, ਕਿੰਨੇ ਵਜੇ ਉੱਠਦਾ, ਕਿੰਨੇ ਵਜੇ ਉਹਦਾ ਘਰ ਕਿੱਥੇ ਹੈ। ਇਹ ਸਾਰੀ ਚੀਜ਼ ਇਹਨਾਂ ਨੇ ਹੀ ਕਰਾਈ ਸੀ। ਸੋ ਕਲੀਅਰ ਕੱਟ ਹੈ ਕਿ ਇਹ ਬੰਦਿਆਂ ਨੇ ਉਹਨਾਂ ਨੂੰ ਪੂਰੀ ਸਪੋਰਟ ਕੀਤੀ। ਔਰ ਜਦੋਂ ਨੀਰਜ ਚਸਕਾ ਪਕੜਿਆ ਗਿਆ, ਇੱਕ ਸ਼ੂਟਰ, ਇਹਨਾਂ ਨੇ ਬਾਅਦ ਦੇ ਵਿੱਚ ਇਹ ਖਦਸ਼ਾ ਜ਼ਾਹਿਰ ਕੀਤਾ ਕਿ ਸਾਡੀ ਜਾਨ ਨੂੰ ਖਤਰਾ ਹੈ, ਕਿਉਂਕਿ ਸਾਡੇ ਆਪੋਜ਼ਿਟ ਗੈਂਗਸ ਨੂੰ ਪਤਾ ਲੱਗ ਚੁੱਕਾ ਹੈ ਕਿ ਅਸੀਂ ਇਹਦੀ ਰੈਕੀ ਕਰਾਈਏ ਅਤੇ ਸਾਨੂੰ ਹੁਣ ਖਤਰਾ ਹੈ। ਅਤੇ ਉਹਦੇ ਕਹਿਣ ਤੋਂ ਬਾਅਦ ਪ੍ਰਿੰਸ ਨੇ ਫਿਰ ਇਹਨਾਂ ਨੂੰ ਵੈਪਨ ਮੁਹੱਈਆ ਕਰਾਏ ਵੀ ਆਪਣੀ ਜਾਨ ਮਾਲ ਦੀ ਸੁਰੱਖਿਆ ਲਈ ਤੁਸੀਂ ਇਹ 3 ਵੈਪਨ ਰੱਖੋ। ਸਰ, ਇਹਦੇ ਵਿੱਚ ਇੱਕ ਹੋਰ ਐਂਗਲ ਜਿਹੜਾ ਸਿੱਧੂ ਮੂਸੇਵਾਲੇ ਨਾਲ ਜੁੜਿਆ ਹੋਇਆ ਉਹ ਨਿਕਲ ਕੇ ਸਾਹਮਣੇ ਆਇਆ ਹੈ। ਤਾਂ ਕੀ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਮਨਕੀਰਤ ਔਲਖ ਤੇ ਬੱਬੂ ਮਾਨ ਵੀ ਸੀ? ਦੇਖੋ, ਡਾਇਰੈਕਟਲੀ ਇਹ ਨਹੀਂ ਕਹਿ ਸਕਦੇ ਵੀ ਸਿੱਧੂ ਮੂਸੇਵਾਲਾ ਸਾਹਿਬ ਦਾ ਜਿਹੜਾ ਹੈਗੀ ਹੈ ਉਹ ਚੀਜ਼ ਇਹਨਾਂ ਨਾਲ ਜੁੜੀ ਹੋਈ ਹੈ ਜਾਂ ਇਹਨਾਂ ਦੀ ਕੋਈ ਬੱਬੂ ਮਾਨ ਨਾਲ। ਲੇਕਿਨ ਇੱਕ ਗੱਲ ਜ਼ਰੂਰ ਨਿਕਲ ਕੇ ਆਈ ਹੈ ਕਿ ਪ੍ਰਿੰਸ ਨੇ ਇਹਨਾਂ ਨੂੰ ਕਾਲ ਕਰਕੇ ਕਿਹਾ ਸੀਗਾ ਕਿ ਅਸੀਂ J&K ਦੇ ਵਿੱਚ ਕੋਈ ਬੰਦਾ ਹੈਗਾ ਤਾਂ ਦੱਸੋ, ਅਸੀਂ ਕੋਈ ਵੈਪਨ ਉੱਥੋਂ ਚੁਕਵਾਣੇ। ਜਦੋਂ ਇਹਨਾਂ ਨੇ ਪੁੱਛਿਆ ਵੀ ਕੀ ਕਰਨੇ ਆ, ਇਹਨਾਂ ਨੇ ਕਿਹਾ ਸੀ ਵੀ ਅਸੀਂ ਉਹ ਵੈਪਨ ਜਿਹੜੇ ਹੈ ਉਹ ਬੱਬੂ ਮਾਨ ਔਰ ਮਨਕੀਰਤ ਔਲਖ 'ਤੇ ਹਮਲਾ ਕਰਨ ਵਾਸਤੇ ਵਰਤਣੇ ਨੇ।
ਜੰਮੂ ਕਸ਼ਮੀਰ ਦੀ ਕਿਹੜੀ ਥਾਂ ਤੋਂ ਇਹ ਇਹਨਾਂ ਨੇ ਹਾਲੇ ਇੰਨੀ ਗੱਲ ਤੱਕ ਤਾਂ ਅੱਗੇ ਗੱਲ ਕਹੀ ਨਹੀਂ। ਜਦੋਂ ਇਹਨਾਂ ਨੇ ਗੱਲ ਸੁਣੀ ਕਾਫੀ ਘਬਰਾ ਗਏ ਇਹਨਾਂ ਨੇ ਔਰ ਇਮੀਡੀਏਟਲੀ ਮਨਾ ਕਰਤਾ ਵੀ ਮੈਨੂੰ ਕੋਈ ਨਹੀਂ ਜਾਣਦਾ। ਕਿਉਂਕਿ ਪ੍ਰੈਸ ਨੋਟ ਦੇ ਵਿੱਚ ਜ਼ਿਕਰ ਆ ਰਿਹਾ ਕਿ ਸ਼੍ਰੀਨਗਰ ਤੋਂ ਇਹਨਾਂ ਨੇ ਵੈਪਨਸ ਜਿਹੜੇ ਸੀਗੇ ਉਹ ਚੁਕਾ ਇਹਦੇ ਵਿੱਚ ਹੀ ਪਾਰਟ ਸ੍ਰੀਨਗਰ ਹੈ ਨਾ ਜੀ, J&K ਹਾਂਜੀ। ਤਾਂ ਇਹ ਵੀ ਕੋਈ ਚੀਜ਼ ਸਾਹਮਣੇ ਆਈ ਹੈ ਕਿ ਰੇਕੀ ਵੀ ਕੀਤੀ ਜਾਣੀ ਸੀਗੀ ਔਰ ਇਹਨਾਂ ਦੇ ਵੱਲੋਂ ਕੋਈ ਹੋਰ ਜਿਵੇਂ ਪਹਿਲਾਂ ਸੁਰਜੀਤ ਬਾਉਂਸਰ ਵਾਲੇ ਕੇਸ ਦੇ ਵਿੱਚ ਉਹਨਾਂ ਨੂੰ ਹੈਲਪ ਕੀਤੀ, ਰੇਕੀ ਦੇ ਵਿੱਚ ਉਹਨਾਂ ਨੂੰ ਪਨਾਹ ਦਿੱਤੀ, ਤਾਂ ਇੱਥੇ ਵੀ ਇਹਨਾਂ ਤੋਂ ਹੈਲਪ ਮੰਗੀ ਜਾ ਰਹੀ ਸੀ ਕਿ ਤੁਸੀਂ ਪਨਾਹ ਦੇ ਦਿਓ। ਜਿੰਨੀ ਟਾਸਕ ਇਹਨਾਂ ਨੂੰ ਦਿੱਤੀ ਗਈ ਸੀ ਉਹ ਫਿਲਹਾਲ ਸਿਰਫ J&K ਦਾ ਸੋਰਸ ਪੁੱਛਿਆ ਗਿਆ ਸੀ, ਜੋ ਇਹਨਾਂ ਨੇ ਮਨਾ ਕਰਤਾ। ਅਗਲਾ ਕੀ ਟਾਸਕ ਦਿੱਤਾ ਜਾਣਾ ਸੀ ਉਹਦੇ ਬਾਰੇ ਹਾਲੇ ਨਹੀਂ ਪਤਾ, ਇਨਵੈਸਟੀਗੇਸ਼ਨ ਜਾਰੀ ਹੈ। ਇਨ ਕੇਸ ਇਨਵੈਸਟੀਗੇਸ਼ਨ 'ਚ ਕੋਈ ਹੋਰ ਚੀਜ਼ ਨਿਕਲੇਗੀ ਦੱਸਾਂਗੇ। ਤਾਂ ਹੁਣ ਕਿੰਨੇ ਦਿਨਾਂ ਦੇ ਰਿਮਾਂਡ ਦੇ ਉੱਤੇ ਨੇ ਔਰ ਕੀ ਇਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ਾਂ ਇਹਨਾਂ ਤੋਂ ਪੁੱਛੀਆਂ ਜਾਣਗੀਆਂ? ਡੈਫੀਨੇਟਲੀ ਜੀ, ਸਾਰਾ ਕੁਝ ਇਹਨਾਂ ਤੋਂ ਛੋਟੀ ਚੀਜ਼ ਪੁੱਛੀ ਜਾਏਗੀ ਤਾਂ ਕਿ ਪੂਰੀ ਕੜੀਵਾਰ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਚਲਾਈ ਜਾ ਸਕੇ। ਬਾਕੀ ਇਹ 3 ਦਿਨ ਦੇ ਪੁਲਿਸ ਰਿਮਾਂਡ ਤੇ ਨੇ। ਅਮਨਜੋਤ ਜੀ, ਇੱਕ ਚੀਜ਼ ਜ਼ਰੂਰ ਚਿੰਤਾ ਦਾ ਜਿਹੜਾ ਹੈ ਕਾਰਨ ਵਧਾਉਂਦੀ ਹੈ, ਉਹ ਇਹ ਹੈ ਕਿ ਜਿਸ ਤਰੀਕੇ ਨਾਲ ਟਰਾਈ ਸਿਟੀ ਦੇ ਵਿੱਚ ਅਸੀਂ ਵੇਖ ਰਹੇ ਹਾਂ, ਤੁਸੀਂ ਚੰਡੀਗੜ੍ਹ ਆਪਰੇਸ਼ਨ ਸੈੱਲ ਨੂੰ ਲੀਡ ਕਰਦੇ ਹੋ, ਅੱਗੇ ਵੀ ਤੁਸੀਂ ਬਹੁਤ ਸਾਰੇ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਚਾਇਆ ਹੈ। ਇਹ ਜਿਹੜੇ ਅੱਜ ਕੱਲ੍ਹ ਗੈਂਗਸਟਰ ਨੇ ਪਨਾਹ ਦੇਣ ਤੋਂ ਬਾਅਦ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜ਼ਿਆਦਾ ਆ ਕੇ ਆਪਣੀ ਠਹਿਰ ਬਣਾ ਲੈਂਦੇ ਨੇ। ਫਿਰ ਉਹ ਜ਼ੀਰਕਪੁਰ ਦੇ ਵਿੱਚ ਹੋਟਲ ਹੋਵੇ ਜਾਂ ਆਸ-ਪਾਸ ਇੱਧਰ ਬਲਟਾਣੇ ਵਾਲੇ ਪਾਸੇ ਕਰ ਲਈਏ, ਅਸੀਂ ਖਰੜ ਵਾਲੇ ਪਾਸੇ ਕਰ ਲਈਏ, ਇਹ ਕਿਉਂ ਹੁਣ ਹੱਬ ਜਿਹੜਾ ਹੈ ਉਹ ਗੈਂਗਸਟਰਾਂ ਦਾ ਪਨਾਹ ਦਾ ਬਣਦਾ ਹੋਇਆ ਨਜ਼ਰ ਆ ਰਿਹਾ? ਦੇਖੋ ਇਹ ਕਿਉਂਕਿ ਚੰਡੀਗੜ੍ਹ ਜਿਹੜਾ ਇੱਕ ਸ਼ਹਿਰ ਹੈ ਇਹ ਥੋੜ੍ਹਾ ਜਿਹਾ ਲਿਬਰਲ ਸ਼ਹਿਰ ਹੈ। ਇਹ ਬਹੁਤਾ ਕਿਸੇ ਨੂੰ ਇਹ ਨਹੀਂ ਪੁੱਛਦਾ ਮੇਰੇ ਗੁਆਂਢ 'ਚ ਕੌਣ ਰਹਿ ਰਿਹਾ, ਅਤੇ ਇੱਥੇ ਬੜਾ ਫਰੀਕੁਐਂਟਲੀ ਤੁਸੀਂ ਫਰੀਲੀ ਮੂਵ ਕਰ ਸਕਦੇ ਹੋ। ਤੁਹਾਡੀ ਜਿਹੜੀ ਹੈ ਪੁਲਿਸ ਤੋਂ ਇਲਾਵਾ ਜਿਹੜੇ ਲੋਕ ਨੇ ਉਹ ਕਿਸੇ ਦੇ ਪਰਸਨਲ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ, ਘੱਟ ਕਰਦੇ ਨੇ। ਕਿਉਂਕਿ ਪੇਂਡੂ ਏਰੀਆ ਦੇ ਵਿੱਚ ਤੁਹਾਨੂੰ ਕਿਸੇ ਦੇ ਘਰ ਤੁਸੀਂ ਜਾਓਗੇ ਤਾਂ ਆਲੇ ਦੁਆਲੇ ਵਾਲੇ ਹੀ ਪੁੱਛ ਲੈਂਦੇ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿਸ ਤਰ੍ਹਾਂ। ਵੇਅਰ ਐਜ਼ ਉਹ ਚੀਜ਼ਾਂ ਇੱਥੇ ਨਹੀਂ ਹੈ। ਇਸ ਕਰਕੇ ਔਰ ਇੱਥੇ ਦੀ ਥੋੜ੍ਹੀ ਲਗਜ਼ੂਰੀਅਸ ਲਾਈਫ ਹੈ, ਇੱਥੇ ਦੀ ਫਰੀ ਲਿਬਰਲ ਲਾਈਫ ਹੈ, ਇੱਥੇ ਨਾਈਟ ਕਲੱਬਸ ਹੈ, ਇੱਥੇ ਰੈਸਟੋਰੈਂਟ ਚੰਗੇ ਹੈ, ਇਸ ਕਰਕੇ ਵੀ ਇਹਨਾਂ ਦਾ ਰੁਝਾਅ ਰਹਿੰਦਾ ਇੱਥੇ ਆਉਣ ਨੂੰ। ਇਸ ਤੋਂ ਇਲਾਵਾ ਕੀ ਇਹਨਾਂ ਦੇ ਕੋਲ ਕੋਈ ਹੋਰ ਵੀ ਬਰਾਮਦਗੀਆਂ ਹੋਈਆਂ ਕਿ ਵੈਪਨ ਤੋਂ ਇਲਾਵਾ ਕੋਈ ਹੋਰ ਗੱਡੀਆਂ ਜਾਂ ਕੋਈ ਹੋਰ ਵਿਦੇਸ਼ੀ ਸਿਮ ਜਾਂ ਕੁਛ ਇਹੋ ਜਿਹੀ ਚੀਜ਼ ਇਹਨਾਂ ਤੋਂ ਬਰਾਮਦ? ਫਿਲਹਾਲ ਤੱਕ ਇਹਨਾਂ ਕੋਲ ਇੱਕ ਸਕੋਡਾ ਗੱਡੀ, 4 ਇਲੀਗਲ ਵੈਪਨ ਅਤੇ ਗੋਲੀਆਂ ਬਰਾਮਦ ਹੋਈਆਂ। ਕਾਰਟ੍ਰਿਜਸ ਕਿੰਨੇ ਸੀ? ਅਪਰੋਕਸੀਮੇਟਲੀ 23 ਦੇ ਕਰੀਬ ਲਾਈਵ ਕਾਰਟ੍ਰਿਜਸ ਸੀਗੇ। ਔਰ ਕੋਈ ਕ੍ਰਿਮੀਨਲ ਇਹਨਾਂ ਦਾ ਬੈਕਗਰਾਉਂਡ ਹੈ ਕਿਸੇ ਦਾ? ਇਹਨਾਂ ਦੇ ਵਿੱਚੋਂ ਇੱਕ ਬੰਦਾ ਹੈਗਾ ਮਨੂ ਬੱਤਾ, ਜਿਹਦਾ ਕਿ ਐਕਸਾਈਜ਼ ਦਾ ਬੈਕਗਰਾਉਂਡ ਹੈ, ਐਕਸਾਈਜ਼ ਦਾ ਕੇਸ ਹੈ ਉਸ 'ਤੇ। ਪਰ ਅਮਨਜੋਤ ਜੀ, ਇੱਕ ਚੀਜ਼ ਹੋਰ, ਕਿਉਂਕਿ ਬਹੁਤ ਸਾਰੇ ਗੈਂਗਸਟਰ ਹਾਲਾਂਕਿ ਬਾਹਰ ਬੈਠੇ ਆਪਣੇ ਮੋਡਿਊਲਸ ਨੂੰ ਰਨ ਕਰ ਰਹੇ ਨੇ, ਇੱਥੇ ਉਹ ਇਹੋ ਜਿਹੇ ਨੌਜਵਾਨਾਂ ਨੂੰ ਆਪਣੇ ਝਾਂਸੇ ਦੇ ਵਿੱਚ ਲੈ ਲੈਂਦੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ, ਇਸ ਦੁਨੀਆ ਦੇ ਬਾਰੇ, ਉਹਦਾ ਅੰਜਾਮ ਬਾਰੇ ਨਹੀਂ ਪਤਾ ਹੁੰਦਾ, ਔਰ ਉਸ ਝਾਂਸੇ ਦੇ ਵਿੱਚ ਆ ਕੇ ਉਹ ਪੈਰ ਤਾਂ ਜ਼ਰੂਰ ਧਰ ਲੈਂਦੇ ਨੇ, ਪਰ ਅੰਜਾਮ ਜਦੋਂ ਫਿਰ ਨਿਕਲਦਾ ਤਾਂ ਉਸ ਤੋਂ ਬਾਅਦ ਉਹ ਜ਼ਰੂਰ ਪਛਤਾਉਂਦੇ ਨੇ। ਨਹੀਂ, 100% ਜੀ, ਕੋਈ ਵੀ ਕਿਸੇ ਦਾ ਚਾਹੇ ਛੋਟਾ ਕ੍ਰਾਈਮ ਹੈ ਚਾਹੇ ਉਹ ਵੱਡਾ ਕ੍ਰਾਈਮ ਹੈ, ਕ੍ਰਾਈਮ ਇਜ਼ ਅ ਕ੍ਰਾਈਮ। ਔਰ ਉਹਦੇ 'ਚ ਛੋਟੀ ਬਾਹਰ ਬੈਠਿਆਂ ਦਾ ਕੁਝ ਜਾਣਾ ਹੀ ਨਹੀਂ। ਉਹ ਤਾਂ ਉਸੇ ਦਿਨ ਜਦੋਂ ਉਹਨਾਂ ਦਾ ਕੰਮ ਨਿਕਲ ਜਾਂਦਾ ਉਸੇ ਦਿਨ ਉਹ ਦੂਰੀ ਬਣਾ ਲੈਂਦੇ ਆ, ਡਿਸਟੈਂਸ ਕਰ ਜਾਂਦੇ ਆ। ਇਹੀ ਲੋਕ ਭੁਗਤਦੇ ਆ ਔਰ ਇਹੀ ਭੁਗਤਣਗੇ। ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ, ਇਹਨਾਂ ਦਾ ਕੋਈ ਸਾਥ ਨਹੀਂ ਦੇਣਾ ਉਹਨਾਂ ਨੇ ਸਿਰਫ ਆਪਣਾ ਕੰਮ ਕਢਾਉਣਾ, ਆਪਣਾ ਮਕਸਦ ਪੂਰਾ ਕਰਨਾ, ਉਸ ਤੋਂ ਬਾਅਦ ਉਹਨਾਂ ਨੇ ਹੱਥ ਆਪਣੇ ਪਿੱਛੇ ਕਰ ਲੈਣੇ। ਲਾਸਟ ਦੇ ਵਿੱਚ ਮੇਰਾ ਸਵਾਲ, ਤਾਂ ਪੰਜਾਬ ਪੁਲਿਸ ਦੇ ਨਾਲ ਵੀ ਕੁਝ ਕੋਆਰਡੀਨੇਸ਼ਨ ਬਣਾਈ ਜਾ ਰਹੀ, ਕਿਉਂਕਿ ਨਾਮੀ ਗਾਇਕ ਨੇ, ਮਨਕੀਰਤ ਔਲਖ ਹੈ, ਬੱਬੂ ਮਾਨ ਹੈ, ਹਾਲਾਂਕਿ ਪਹਿਲਾਂ ਵੀ ਇਹਨਾਂ ਨੂੰ ਥ੍ਰੈਟ ਜਿਹੜੇ ਨੇ ਉਹ ਆ ਚੁੱਕੇ ਨੇ। ਬੰਬੀਹਾ ਗੈਂਗ ਨੇ ਹੀ ਪੋਸਟ ਪਾ ਕੇ ਮਨਕੀਰਤ ਔਲਖ ਨੂੰ ਮਾਰਨ ਦੀ ਧਮਕੀ ਦਿੱਤੀ ਸੀ, ਕਿਹਾ ਸੀ ਜੇ ਤੁਸੀਂ ਲਾਈਵ ਸ਼ੋਅ ਵੀ ਲਾ ਰਹੇ ਹੋਵੋਗੇ ਤਾਂ ਵੀ ਉੱਥੇ ਮਾਰ ਦਿੱਤਾ ਜਾਊਗਾ। ਤਾਂ ਕੀ ਕੋਆਰਡੀਨੇਸ਼ਨ ਕੁਝ ਬਣਾਈ ਜਾ ਰਹੀ ਹੈ? ਮੇਰੇ ਵੱਲੋਂ ਸਾਰੀ ਰਿਪੋਰਟ ਸੀਨੀਅਰ ਅਫਸਰਾਂ ਨੂੰ ਦਿੱਤੀ ਜਾ ਰਹੀ ਹੈ। ਸੀਨੀਅਰ ਆਫੀਸਰਸ ਕੌਨਸਟੈਂਟਲੀ ਇੱਕ ਚੀਜ਼ ਜਿਹੜੀ ਹੈ ਉਹਨਾਂ ਨਾਲ ਸ਼ੇਅਰ ਕਰ ਰਹੇ ਹੈ। ਇਹ ਚੀਜ਼ ਅਸੀਂ ਉਹਨਾਂ ਨੂੰ ਜ਼ਰੂਰ ਦੱਸ ਰਹੇ ਹਾਂ। ਬਹੁਤ ਧੰਨਵਾਦ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ। ਤਾਂ ਅਮਨਜੋਤ ਜੀ, ਤਮਾਮ ਜੋ ਜਾਣਕਾਰੀ ਸੀ ਸਾਂਝੀ ਕੀਤੀ ਹੈ, ਕਿਵੇਂ ਇਹਨਾਂ 4 ਮੁਲਜ਼ਮਾਂ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਜੋ ਸੀਗੀ ਫਿਰਾਕ ਦੇ ਵਿੱਚ ਸੀ, ਔਰ ਕਿਵੇਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਤੁਹਾਡਾ ਕੋਈ ਸੋਰਸ ਹੈ, ਤਾਂ ਜਦੋਂ ਉਹਨਾਂ ਨੇ ਪੁੱਛਿਆ ਕਿ ਇਸ ਵਾਸਤੇ ਚਾਹੀਦਾ, ਤਾਂ ਉਹਨਾਂ ਨੇ ਕਹਿਣਾ ਸੀ ਕਿ ਉੱਥੋਂ ਵੈਪਨਸ ਜੋ ਨੇ ਉਹ ਮੰਗਾਣੇ ਨੇ ਤਾਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜੋ ਹੈ ਉਹ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰ ਕੇ ਲਿੱਤਾ ਜਾਵੇ। ਹੁਣ ਦੇਖਣਾ ਹੋਊਗਾ ਕਿ ਅੱਗੇ ਇਸ ਕੇਸ ਦੇ ਵਿੱਚ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਦੇ ਨਾਲ ਤਾਲਮੇਲ ਬਣਾ ਕੇ ਕੀ ਐਕਸ਼ਨ ਲੈਂਦੀ ਹੈ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।